ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ ਦਾ ਆਪਾਂ 350 ਸਾਲਾ ਅਵਤਾਰ ਦਿਹਾੜਾ ਮਨਾ ਰਹੇ ਹਾਂ। ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਹੋਇਆ ਸੀਗਾ, ਉਸੇ ਵੇਲੇ ਹੀ ਭੀਖਣ ਸ਼ਾਹ ਨੇ ਪੂਰਬ ਵੱਲ ਨੂੰ ਮੱਥਾ ਟੇਕਿਆ ਅਤੇ 2 ਕਟੋਰੇ ਲੈ ਕੇ ਗੁਰੂ ਸਾਹਿਬ ਜੀ ਦੀ ਪ੍ਰੀਖਿਆ ਲੈਣ ਦੇ ਲਈ ਗੁਰੂ ਸਾਹਿਬ ਜੀ ਦੇ ਕੋਲ ਗਏ। ਪ੍ਰੀਖਿਆ ਲੈਣ ਦੇ ਲਈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਸੀਂ ਹਿੰਦੂਆਂ ਦੀ ਰੱਖਿਆ ਕਰੋਗੇ ਜਾਂ ਮੁਸਲਮਾਨਾਂ ਦੀ। ਅਤੇ ਗੁਰੂ ਸਾਹਿਬ ਜੀ ਨੇ ਦੋਹਾਂ ਕਟੋਰਿਆਂ 'ਤੇ ਹੱਥ ਰੱਖਿਆ ਕਿ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ, ਅਸੀਂ ਸਭ ਦੀ ਰੱਖਿਆ ਕਰਾਂਗੇ। ਅਤੇ ਬਚਪਨ ਪਟਨਾ ਸਾਹਿਬ ਬਿਤਾਉਣ ਤੋਂ ਬਾਅਦ ਤਕਰੀਬਨ ਗੁਰੂ ਸਾਹਿਬ ਜੀ 9 ਸਾਲ ਦੇ ਸਨ ਜਦੋਂ ਅਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪ ਗੁਰੂ ਸਾਹਿਬ ਜੀ ਨੇ ਬ੍ਰਾਹਮਣਾਂ ਦੀ ਰੱਖਿਆ ਕਰਨ ਵਾਸਤੇ ਤੋਰਿਆ। ਸੋ ਕਹਿਣ ਤੋਂ ਭਾਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਤੋਂ ਹੀ ਬਹੁਤ ਸਿਆਣੇ ਸਨ ਅਤੇ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਤਕਰੀਬਨ 10 ਸਾਲ ਗੁਰੂ ਸਾਹਿਬ ਜੀ ਨੇ ਕਈ ਭਾਸ਼ਾਵਾਂ ਸਿੱਖੀਆਂ, ਹਰ ਤਰ੍ਹਾਂ ਦੀ ਸ਼ਸਤਰ ਵਿੱਦਿਆ ਹਾਸਲ ਕੀਤੀ ਅਤੇ ਫੌਜ ਤਿਆਰ ਕੀਤੀ। ਅਤੇ ਫੌਜ ਤਿਆਰ ਕਰਕੇ ਤਕਰੀਬਨ 19 ਕੁ ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਜੀ ਨੇ ਪਾਉਂਟਾ ਸਾਹਿਬ ਵੱਲ ਨੂੰ ਚਾਲੇ ਪਾਏ ਅਤੇ ਤਕਰੀਬਨ 20 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਜੀ ਨੇ ਭੰਗਾਣੀ ਦਾ ਯੁੱਧ ਲੜਿਆ। ਇਸ ਜੰਗ ਦੇ ਵਿੱਚ ਜਦੋਂ ਹਰੀ ਚੰਦ ਰਾਜੇ ਦਾ ਤੀਰ ਗੁਰੂ ਗੋਬਿੰਦ ਸਿੰਘ ਜੀ ਦੀ ਪੇਟੀ ਦੇ ਵਿੱਚ ਆ ਕੇ ਵੱਜਾ, ਪੇਟੀ ਚਮੜੇ ਦੀ ਸੀ, ਸੋ ਫਿਰ ਵੀ ਪੇਟੀ ਨੂੰ ਕੱਟ ਕੇ ਥੋੜ੍ਹਾ ਜਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਪੇਟ ਨੂੰ ਜਦੋਂ ਚੁਭਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਨ ਉੱਥੇ ਉਚਾਰੇ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਅਤੇ ਫਿਰ ਉਹ ਹਰੀ ਚੰਦ ਰਾਜੇ ਨੂੰ ਮਾਰ ਕੇ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਉਚਾਰੇ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਸੋ ਕਹਿਣ ਤੋਂ ਭਾਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਕੱਲੇ ਜੰਗ ਯੁੱਧ ਲੜਨ ਵਾਲੇ ਨਹੀਂ, ਬਾਕਮਾਲ ਕਵੀ ਵੀ ਸਨ। ਸੋ ਉਹਨਾਂ ਦੀ ਜਿਹੜੀ ਇਹ ਰਚਨਾ ਹੈ, ਸਾਰੇ ਜੰਗ ਦਾ ਪ੍ਰਸੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਿੱਤਰ ਨਾਟਕ ਦੇ ਵਿੱਚ ਆਪ ਲਿਖਿਆ। ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 52 ਕਵੀ ਰੱਖੇ ਸਨ। ਪਰ ਬਹੁਤੇ ਜਿਹੜੇ ਅੱਜ ਕੱਲ੍ਹ ਦੇ ਵਿਦਵਾਨ ਆ ਉਹ ਇਹ ਪ੍ਰਚਾਰ ਕਰਦੇ ਆ ਜੀ ਨਹੀਂ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ, ਕੋਈ ਵੀ ਰਚਨਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੀ। ਅਗਰ ਤੁਸੀਂ ਕਿਸੇ ਵੀ ਸਿਆਣੇ ਬੰਦੇ ਨਾਲ ਗੱਲ ਕਰੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ 52 ਕਵੀ ਰੱਖੇ ਸੀਗੇ, ਅਤੇ ਉਹ ਇਹ ਗੱਲ ਕਦੀ ਵੀ ਨਹੀਂ ਮੰਨੇਗਾ ਕਿ ਜਿਸ ਰਾਜੇ ਨੇ 52 ਕਵੀ ਰੱਖੇ ਸੀਗੇ ਉਸ ਦੀ ਕੋਈ ਵੀ ਰਚਨਾ ਨਾ ਹੋਵੇ। ਅਤੇ ਕੁਝ ਸਮਾਂ ਪਾਉਂਟਾ ਸਾਹਿਬ ਰਹਿਣ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਆ ਗਏ ਸਨ। ਸੋ ਉਦੋਂ ਤੋਂ ਲੈ ਕੇ ਤਕਰੀਬਨ 1699 ਤੱਕ ਜਦੋਂ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਛਕਾਇਆ, ਸਵਾਲ ਇਹ ਉੱਠਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਿਰ ਤਕਰੀਬਨ 10 ਸਾਲ ਕੀ ਕੀਤਾ। ਸੋ ਅਗਰ ਅਸੀਂ ਅਨੰਦਪੁਰ ਸਾਹਿਬ ਦੇ ਆਸ-ਪਾਸ ਜੋ ਗੁਰਦੁਆਰੇ ਹਨ ਉਹਨਾਂ ਦੀ ਯਾਤਰਾ ਕਰਾਂਗੇ ਅਤੇ ਸਾਨੂੰ ਪਤਾ ਲੱਗੇਗਾ ਉੱਥੇ ਸਤਲੁਜ ਦਰਿਆ ਦੇ ਕੰਢੇ 'ਤੇ ਗੁਰਦੁਆਰਾ ਭਪੌਰ ਸਾਹਿਬ ਵੀ ਹੈ, ਜਿੱਥੇ ਰਾਜਾ ਰਤਨ ਰਾਜ ਦੀ ਬੇਨਤੀ ਨੂੰ ਮੰਨ ਕੇ ਗੁਰੂ ਗੋਬਿੰਦ ਸਿੰਘ ਜੀ ਕੁਝ ਮਹੀਨੇ ਰਹੇ ਅਤੇ ਚੌਪਈ ਸਾਹਿਬ ਵੀ ਇਸੇ ਜਗ੍ਹਾ ਦੇ ਉੱਤੇ ਉਚਾਰਨ ਕੀਤੀ। ਜਦੋਂ ਇਸ ਗੁਰਦੁਆਰੇ ਦੇ ਦਰਸ਼ਨ ਕਰਨ ਜਾਈਏ ਉੱਥੇ ਇਤਿਹਾਸ ਵੀ ਲਿਖਿਆ ਹੋਇਆ ਕਿ ਸੰਬਤ 17 ਸਹਿਸ ਭਣੀਜੈ ਅਰਸਹਿਸ ਪੁੰਤੀਨ ਕਹੀਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ। ਚੌਪਈ ਸਾਹਿਬ ਦੇ ਅਖੀਰ ਦੇ ਵਿੱਚ ਜੋ ਪੰਕਤੀਆਂ ਆਉਂਦੀਆਂ, ਭਾਵ ਸੰਮਤ 1753 ਦੇ ਵਿੱਚ ਭਾਦਰੋਂ ਦੇ ਮਹੀਨੇ ਦੇ ਵਿੱਚ ਮਹਾਰਾਜ ਸਾਹਿਬ ਨੇ ਇੱਥੇ ਚੌਪਈ ਸਾਹਿਬ ਉਚਾਰਨ ਕੀਤੀ ਹੈ। ਅਤੇ ਮੈਂ ਇੱਥੇ ਗੱਲ ਦੱਸ ਦੇਵਾਂ, ਜਿਹੜਾ ਸੰਮਤ ਹੈ ਉਹ 57 ਸਾਲ ਅੱਗੇ ਚੱਲਦਾ, ਤੁਸੀਂ ਗੂਗਲ 'ਤੇ ਵੀ ਸਰਚ ਕਰ ਸਕਦੇ ਹੋ। ਸੋ 1753 ਦੇ ਵਿੱਚੋਂ ਜਦੋਂ ਅਸੀਂ 57 ਸਾਲ ਮਾਈਨਸ ਕਰੀਏ ਅਤੇ 1696 ਇੰਗਲਿਸ਼ ਈਅਰ ਨਿਕਲ ਆਉਂਦਾ ਆ। ਸੋ ਇੰਗਲਿਸ਼ ਈਅਰ ਅਗਰ ਅਸੀਂ ਵੇਖਣਾ ਹੋਵੇ ਤਾਂ 1696 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਅਸਥਾਨ ਦੇ ਉੱਤੇ ਚੌਪਈ ਸਾਹਿਬ ਉਚਾਰੀ। ਅਤੇ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਹੀ ਰਹਿੰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾਪ ਸਾਹਿਬ ਸ਼੍ਰੀ ਅਕਾਲ ਉਸਤਤ, ਜਿਸ ਦੇ ਵਿੱਚੋਂ ਸਵਈਏ ਹਨ ਜੋ ਕਿ ਅੰਮ੍ਰਿਤ ਦੀ ਬਾਣੀ ਵਾਸਤੇ ਵਰਤੇ ਗਏ, ਇਹ ਸਾਰੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਰਹਿੰਦਿਆਂ ਹੋਇਆਂ ਉਚਾਰੀਆਂ। ਅਤੇ ਫਿਰ ਗੁਰੂ ਸਾਹਿਬ ਜੀ ਨੇ ਭਰੇ ਦੀਵਾਨ ਦੇ ਵਿੱਚ ਇੱਕ ਸਿਰ ਦੀ ਮੰਗ ਕਰਦਿਆਂ ਹੋਇਆਂ ਵਾਰੀ-ਵਾਰੀ 5 ਸਿਰ ਲੈ ਕੇ ਅਤੇ ਖਾਲਸੇ ਨੂੰ ਅੰਮ੍ਰਿਤ ਛਕਾਇਆ, ਖਾਲਸਾ ਪੰਥ ਸਾਜਿਆ। ਉਸ ਤੋਂ ਕੁਝ ਸਾਲ ਬਾਅਦ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਅਤੇ ਗੁਰੂ ਮਹਾਰਾਜ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਛੱਡਿਆ, ਸਰਸਾ ਨਦੀ ਜਦੋਂ ਪਾਰ ਕੀਤੀ, ਜੇ ਇਤਿਹਾਸ ਪੜ੍ਹੀਏ ਤਾਂ ਪਤਾ ਲੱਗਦਾ ਕਿ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਰਹਿ ਕਰਕੇ ਰਚਨਾਵਾਂ ਰਚੀਆਂ ਸਨ, ਤਕਰੀਬਨ 9 ਮਣ ਗ੍ਰੰਥਾਂ ਦਾ ਭਾਰ ਸੀਗਾ, ਜੋ ਕਿ ਬਹੁਤਾ ਇਸੇ ਸਰਸਾ ਨਦੀ ਦੀ ਭੇਟ ਚੜ੍ਹ ਗਿਆ। ਅਤੇ ਗੁਰੂ ਸਾਹਿਬ ਜੀ ਦੇ ਪਰਿਵਾਰ ਦਾ ਵਿਛੋੜਾ ਵੀ ਇਸੇ ਨਦੀ ਦੇ ਵਿੱਚ ਪਿਆ।
ਗੁਰੂ ਗੋਬਿੰਦ ਸਿੰਘ ਜੀ ਦੀਆਂ ਜੋ ਰਚਨਾਵਾਂ ਹਨ ਸ਼੍ਰੀ ਦਸਮ ਗ੍ਰੰਥ ਦੇ ਵਿੱਚ ਸੁਸ਼ੋਭਿਤ ਹਨ, ਅਤੇ ਉਸ ਦਾ ਸਭ ਤੋਂ ਵੱਡਾ ਜਿਹੜਾ ਸਬੂਤ ਸਾਡੇ ਕੋਲ ਅੱਜ ਵੀ ਮੌਜੂਦ ਹੈ ਉਹ ਇਹ ਆਪ ਜੀ ਦਰਸ਼ਨ ਕਰ ਰਹੇ ਹੋ ਬਾਬਾ ਦੀਪ ਸਿੰਘ ਜੀ ਦੀ ਹੱਥ ਲਿਖਤ ਪੋਥੀ। ਇਹ ਪੋਥੀ ਅੱਜ ਵੀ ਸਾਡੇ ਕੋਲ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਉੱਤੇ ਸੁਸ਼ੋਭਿਤ ਹੈ, ਬੜੀ ਸਾਂਭ ਸੰਭਾਲ ਦੇ ਨਾਲ ਰੱਖੀ ਹੋਈ ਹੈ। ਇਹ ਆਪ ਜੀ ਆਰੰਭ ਤੋਂ ਜਾਪ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਸਭ ਤੋਂ ਪਹਿਲੀ ਬਾਣੀ ਦਸਮ ਦੀ ਹੈ ਜੋ ਜਾਪ ਸਾਹਿਬ ਹੈ। ਉਸ ਤੋਂ ਅੱਗੇ ਇਹ ਆਪ ਜੀ ਸ਼੍ਰੀ ਅਕਾਲ ਉਸਤਤ ਦੇ ਦਰਸ਼ਨ ਕਰ ਰਹੇ ਹੋ, ਅਤੇ ਸਵਈਏ ਜੋ ਹਨ ਜੋ ਅੰਮ੍ਰਿਤ ਸੰਚਾਰ ਵੇਲੇ ਪੜ੍ਹੇ ਜਾਂਦੇ ਹਨ ਉਹ ਇਹ ਸ਼੍ਰੀ ਅਕਾਲ ਉਸਤਤ ਦੇ ਵਿੱਚੋਂ ਹਨ। ਇਸ ਤੋਂ ਅੱਗੇ ਆਪ ਜੀ ਬਚਿੱਤਰ ਨਾਟਕ ਦੇ ਦਰਸ਼ਨ ਕਰ ਰਹੇ ਹੋ, ਜਿਹਦੇ ਵਿੱਚ ਮਹਾਰਾਜ ਸਾਹਿਬ ਨੇ ਸਾਰਾ ਭੰਗਾਣੀ ਦੇ ਯੁੱਧ ਦਾ ਪ੍ਰਸੰਗ ਵੀ ਲਿਖਿਆ, ਉਹ ਸ਼ਬਦ ਵੀ ਲਿਖਿਆ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਇਸ ਤੋਂ ਅੱਗੇ ਚੰਡੀ ਚਰਿੱਤਰ। ਚੰਡੀ ਚਰਿੱਤਰ ਤੋਂ ਬਾਅਦ ਆਉਂਦੀ ਹੈ ਚੰਡੀ ਦੀ ਵਾਰ, ਜੋ ਕਿ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ, ਉਹ ਹੈ ਸਾਡੀ ਅਰਦਾਸ। ਇਹ ਆਪ ਜੀ ਦਰਸ਼ਨ ਕਰ ਰਹੇ ਹੋ। ਇੱਥੇ ਆਪ ਜੀ ਦੇ ਨਾਲ ਮੈਂ ਇੱਕ ਵਿਚਾਰ ਸਾਂਝੀ ਕਰਨੀ ਚਾਹੁੰਦਾ। ਜਿਵੇਂ ਕਿ ਮਲੂਕੇ ਨੇ ਰਮਾਇਣ ਦਾ ਪਾਠ ਕਰਾਇਆ ਅਤੇ ਉੱਥੇ ਬਾਹਮਣਾਂ ਨੇ ਆਪਣੇ ਹਿੰਦੂ ਧਰਮ ਮੁਤਾਬਕ ਇਹ ਸਾਡੀ ਅਰਦਾਸ ਦੀ ਕਾਪੀ ਕਰਕੇ ਇੱਕ ਅਰਦਾਸ ਕੀਤੀ, ਜਿਸ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਸ਼੍ਰੀ ਗਣੇਸ਼ ਜੀ ਜੇ ਵੋ ਇੱਦਾਂ ਕਰਕੇ ਸਭ ਕੁਝ ਕਿਹਾ। ਸੋ ਅਖੌਤੀ ਪ੍ਰਚਾਰਕ ਜਿਹੜੇ ਕਈ ਵਾਰੀ ਇਹ ਗੱਲ ਕਰਦੇ ਆ ਜੀ ਇਹ ਗੁਰੂ ਦੀ ਰਚਨਾ ਨਹੀਂ ਹੈ, ਕਿਸੇ ਬਾਹਮਣਾਂ ਦੀ ਸ਼ਰਾਰਤ ਹੈ। ਸੋ ਇਹ ਗੱਲ ਤਾਂ ਸਾਬਤ ਹੋ ਗਈ ਨਾ, ਅਗਰ ਬਾਹਮਣਾਂ ਦੀ ਸ਼ਰਾਰਤ ਹੁੰਦੀ ਤਾਂ ਉਹ ਪਹਿਲਾਂ 9 ਪਾਤਸ਼ਾਹੀਆਂ ਦੇ ਨਾਂ ਕਦੀ ਵੀ ਨਾ ਲਿਖਦੇ, ਉਹ ਇਹੀ ਲਿਖਦੇ ਸ਼੍ਰੀ ਗਣੇਸ਼ ਜੀ ਸਹਾਇ ਤੇ ਆਦਿਕ ਵਗੈਰਾ ਵਗੈਰਾ। ਦੂਜੀ ਸਭ ਤੋਂ ਵੱਡੀ ਗੱਲ ਨੋਟ ਕਰਨ ਵਾਲੀ ਇਹ ਹੈ ਇੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਤੋਂ ਆਰੰਭ ਕਰਕੇ ਤੇਗ ਬਹਾਦਰ ਸਿਮਰਿਆ ਕਰਨੌਨ ਦੇ ਆਵੈ ਧਾਏ ਸਭ ਥਾਈ ਹੋਏ ਸਹਾਇ ਤੇ ਸਮਾਪਤੀ ਕੀਤੀ ਹੈ। ਜਿਹੜਾ ਆਪਾਂ ਅਰਦਾਸ ਦੇ ਵਿੱਚ ਕਹਿੰਦੇ ਹਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ, ਉਹ ਇੱਥੇ ਨਹੀਂ ਲਿਖਿਆ ਹੋਇਆ, ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਆ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਆਪਣਾ ਨਾਮ ਨਹੀਂ ਸੀ ਲਿਖਣਾ, ਇਹ ਗੱਲ ਨਹੀਂ ਸੀ ਲਿਖਣੀ, ਕਿਉਂਕਿ ਹਰ ਗੁਰੂ ਸਾਹਿਬ ਨੇ ਵੱਡੇ ਗੁਰੂ ਸਾਹਿਬਾਂ ਨੂੰ ਹੀ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ, ਗੁਰੂ ਸਾਹਿਬ ਸਹਾਈ ਹੋਏ। ਇਹ ਅਸੀਂ ਖਾਲਸੇ ਪੰਥ ਨੇ ਬਾਅਦ ਵਿੱਚੋਂ ਅਰਦਾਸ ਦੇ ਵਿੱਚ ਐਡ ਕੀਤਾ, ਪਰ ਚੰਡੀ ਦੀ ਵਾਰ ਦੇ ਵਿੱਚ ਇਹ ਇੱਕ ਲਾਈਨ ਐਡ ਕਰਨ ਦੀ ਕਿਸੇ ਵੀ ਸਿੱਖ ਦੀ ਕਦੀ ਜ਼ਰੂਰਤ ਨਹੀਂ ਪਈ, ਕਿਉਂਕਿ ਇਹ ਗੁਰੂ ਸਾਹਿਬ ਦੀ ਲਿਖਤ ਸੀ ਔਰ ਗੁਰੂ ਸਾਹਿਬ ਦੀ ਲਿਖਤ ਹੈ। ਸੋ ਇਸ ਕਰਕੇ ਇਹਦੀ ਸਮਾਪਤੀ ਹੁੰਦੀ ਹੈ ਤੇਗ ਬਹਾਦਰ ਸਿਮਰਿਆ ਕਰਨੌਨ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ। 9 ਪਾਤਸ਼ਾਹੀਆਂ ਦੇ ਨਾਮ ਲੈ ਕੇ ਅੱਗੇ ਮਹਾਰਾਜ ਸਾਹਿਬ ਨੇ ਪੌੜੀ ਦੇ ਵਿੱਚ ਦੱਸਿਆ ਕਿ ਸੰਸਾਰ ਦੀ ਰਚਨਾ ਮਹਾਰਾਜ ਨੇ ਕਿਵੇਂ ਕੀਤੀ, ਫਿਰ ਦੇਵੀ ਦੇਵਤੇ ਤੇ ਆਦਿਕ ਵਗੈਰਾ ਬਣਾਏ। ਅਤੇ ਫਿਰ ਮਹਾਰਾਜ ਸਾਹਿਬ ਇਹ ਵੀ ਲਿਖਦੇ ਆ ਤੇਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਭਾਵ ਪਰਮੇਸ਼ਰ ਜੀ ਤੁਹਾਡੇ ਤੋਂ ਹੀ ਸ਼ਕਤੀ ਲੈ ਕੇ ਰਾਮ ਨੇ ਰਾਵਣ ਨੂੰ ਮਾਰਿਆ ਸੀ, ਤੇਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ, ਤੁਹਾਡੇ ਕੋਲੋਂ ਹੀ ਸ਼ਕਤੀ ਲੈ ਕੇ ਕ੍ਰਿਸ਼ਨ ਨੇ ਕੇਸਾਂ ਤੋਂ ਫੜ ਕੇ ਕੰਸ ਨੂੰ ਮਾਰਿਆ ਸੀਗਾ। ਸੋ ਜਿਹੜੇ ਹਿੰਦੂ ਹੈ ਉਹ ਤਾਂ ਰਾਮ ਅਤੇ ਕ੍ਰਿਸ਼ਨ ਨੂੰ ਰੱਬ ਮੰਨਦੇ ਆ, ਉਹ ਇਹ ਗੱਲ ਕਿਵੇਂ ਲਿਖ ਸਕਦੇ ਆ ਕਿ ਕਿਸੇ ਹੋਰ ਰੱਬ ਕੋਲੋਂ ਉਹਨਾਂ ਨੇ ਸ਼ਕਤੀ ਲਈ। ਸੋ ਇਹ ਹਿੰਦੂਆਂ ਦੀ ਰਚਨਾ ਬਿਲਕੁਲ ਨਹੀਂ, ਇਹ ਸਾਫ਼ ਸਾਬਤ ਹੁੰਦਾ ਅਗਰ ਅਸੀਂ ਗੁਰੂ ਸਾਹਿਬ ਦੀ ਕੋਈ ਵੀ ਰਚਨਾ ਧਿਆਨ ਨਾਲ ਪੜ੍ਹੀਏ ਕਿ ਇਹ ਗੁਰੂ ਸਾਹਿਬ ਹੀ ਲਿਖ ਸਕਦੇ ਆ। ਹਿੰਦੂ ਕਦੀ ਇੱਦਾਂ ਦੀਆਂ ਗੱਲਾਂ ਨਹੀਂ ਸੀ ਲਿਖ ਸਕਦੇ, ਕਿਉਂਕਿ ਉਹ ਤਾਂ ਦੇਵੀ ਦੇਵਤਿਆਂ ਨੂੰ ਰੱਬ ਮੰਨਦੇ ਆ। ਇਹ ਹੁਣ ਅੱਗੇ ਆਪ ਜੀ ਜੋ ਮਹਾਰਾਜ ਸਾਹਿਬ ਦੀ ਰਚਨਾ ਹੈ 24 ਅਵਤਾਰ, ਉਸ ਦੇ ਦਰਸ਼ਨ ਕਰ ਰਹੇ ਹੋ, ਜਿਹਦੇ ਵਿੱਚ ਮਹਾਰਾਜ ਸਾਹਿਬ ਨੇ ਦੱਸਿਆ ਕਿ ਦੇਵੀ ਦੇਵਤੇ ਤੇ ਆਦਿਕ ਵਗੈਰਾ ਅਵਤਾਰ ਜਿਹੜੇ ਹਨ ਉਹ ਕੀ ਕਰਦੇ ਰਹੇ, ਅਤੇ ਇਹ ਵੀ ਮਹਾਰਾਜ ਨੇ ਲਿਖਿਆ ਇਸ ਦੇ ਵਿੱਚ ਕਿਸ਼ਨ ਬਿਸ਼ਨ ਕਬਹੂ ਨਾ ਧਿਆਊਂ, ਭਾਵ ਮੈਂ ਨਹੀਂ ਇਹਨਾਂ ਨੂੰ ਕਿਸੇ ਨੂੰ ਧਿਆਉਂਦਾ। ਅੱਗੇ ਆਪ ਜੀ 500 ਅੰਗ ਅਤੇ ਸ਼ਬਦ ਹਜ਼ਾਰੇ ਜੋ ਹਨ ਆਪ ਜੀ ਦਰਸ਼ਨ ਕਰ ਰਹੇ ਹੋ। ਸ਼ਬਦ ਦੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਸੋ ਇਸ ਪੋਥੀ ਦੇ ਵਿੱਚ ਜਾਪ ਸਾਹਿਬ ਤੋਂ ਲੈ ਕੇ ਚੌਪਈ ਸਾਹਿਬ ਤੱਕ ਤਕਰੀਬਨ ਦਸਮ ਦੀਆਂ ਸਾਰੀਆਂ ਬਾਣੀਆਂ ਹਨ। ਜਿਵੇਂ ਕਿ ਜਾਪ ਸਾਹਿਬ ਤੋਂ ਬਾਅਦ ਆਉਂਦਾ ਅਕਾਲ ਉਸਤਤ, ਫਿਰ ਬਚਿੱਤਰ ਨਾਟਕ, ਫਿਰ ਚੰਡੀ ਚਰਿੱਤਰ, ਫਿਰ ਚੰਡੀ ਦੀ ਵਾਰ, ਫਿਰ ਗਿਆਨ ਪ੍ਰਬੋਧ, 24 ਅਵਤਾਰ। ਅਤੇ 24 ਅਵਤਾਰ ਦੇ ਵਿੱਚ ਹੀ ਸਾਰੇ ਕ੍ਰਿਸ਼ਨ ਅਵਤਾਰ, ਬ੍ਰਹਮਾ ਅਵਤਾਰ, ਰੁਦਰ ਅਵਤਾਰ ਵਗੈਰਾ ਸਾਰਿਆਂ ਦਾ ਜ਼ਿਕਰ ਆਉਂਦਾ ਵੀ ਇਹ ਕੀ ਕਰਦੇ ਰਹੇ। ਫਿਰ ਸ਼ਬਦ ਹਜ਼ਾਰੇ, ਫਿਰ ਸਵਈਏ, ਫਿਰ ਸ਼ਸਤਰ ਨਾਮ ਮਾਲਾ। ਸ਼ਸਤਰ ਨਾਮ ਮਾਲਾ ਤੋਂ ਬਾਅਦ ਚਰਿੱਤਰ, ਅਤੇ ਚਰਿੱਤਰਾਂ ਦੀ ਅਖੀਰ ਦੇ ਉੱਤੇ ਹੈ ਅਖੀਰਲੇ ਚਰਿੱਤਰ ਦੇ ਵਿੱਚ ਚੌਪਈ ਸਾਹਿਬ, ਜੋ ਕਿ ਆਪ ਜੀ ਇਹ ਦਰਸ਼ਨ ਕਰ ਰਹੇ ਹੋ। ਅਖੀਰ 'ਤੇ ਚੌਪਈ ਸਾਹਿਬ ਸਮਾਪਤ ਹੁੰਦਾ ਹੈ ਇੱਥੇ ਆਣ ਕੇ। ਚੌਪਈ ਸਾਹਿਬ ਤੋਂ ਬਾਅਦ ਦਸਮ ਗ੍ਰੰਥ ਦੇ ਵਿੱਚ ਆਉਂਦਾ ਜ਼ਫਰਨਾਮਾ ਅਤੇ ਹਕਾਇਤਾਂ, ਜੋ ਕਿ ਇਸ ਪੋਥੀ ਦੇ ਵਿੱਚ ਨਹੀਂ ਹਨ, ਕਿਉਂਕਿ ਜ਼ਫਰਨਾਮਾ ਗੁਰੂ ਸਾਹਿਬ ਜੀ ਨੇ ਲਿਖ ਕੇ ਅਤੇ ਔਰੰਗਜ਼ੇਬ ਨੂੰ ਭੇਜ ਦਿੱਤਾ ਸੀਗਾ।
ਸੋ ਔਰੰਗਜ਼ੇਬ ਦੀ ਡੈਥ ਤੋਂ ਬਾਅਦ ਬਹਾਦਰ ਸ਼ਾਹ ਰਾਜਾ ਬਣਿਆ ਅਤੇ ਬਹਾਦਰ ਸ਼ਾਹ ਗੁਰੂ ਸਾਹਿਬ ਜੀ ਦਾ ਨਜ਼ਦੀਕੀ ਸੀਗਾ। ਬਹਾਦਰ ਸ਼ਾਹ ਦੀ ਗੁਰੂ ਸਾਹਿਬ ਜੀ ਨੇ ਮਦਦ ਵੀ ਕੀਤੀ ਸੀ। ਸੋ ਫਿਰ ਬਾਅਦ ਦੇ ਵਿੱਚੋਂ ਸਿੱਖਾਂ ਨੂੰ ਬਹਾਦਰ ਸ਼ਾਹ ਕੋਲੋਂ ਜ਼ਫ਼ਰਨਾਮਾ ਮਿਲਿਆ ਹੋਏਗਾ ਅਤੇ ਹਕਾਇਤਾਂ ਵੀ ਗੁਰੂ ਸਾਹਿਬ ਜੀ ਨੇ ਬਾਅਦ 'ਚੋਂ ਉਚਾਰੀਆਂ ਹੋਣਗੀਆਂ। ਸੋ ਬਾਅਦ ਵਿੱਚ ਭਾਈ ਮਨੀ ਸਿੰਘ ਜੀ ਨੇ ਹਕਾਇਤਾਂ ਵੀ ਅਤੇ ਜ਼ਫ਼ਰਨਾਮਾ ਵੀ ਐਡ ਕਰਕੇ ਇੱਕ ਪੂਰਨ ਸਰੂਪ ਤਿਆਰ ਕੀਤਾ, ਜਿਸ ਕਰਕੇ ਆਪਣੇ ਸਿੱਖ ਪੰਥ ਦੇ ਵਿੱਚ ਜ਼ਿਆਦਾ ਰੌਲਾ ਪੈਂਦਾ ਵੀ ਦਸਮ ਗ੍ਰੰਥ ਭਾਈ ਮਨੀ ਸਿੰਘ ਜੀ ਨੇ ਤਿਆਰ ਕੀਤਾ, ਵੀ ਸ਼ਾਇਦ ਪਹਿਲਾਂ ਇਹਦੀ ਹੋਂਦ ਹੀ ਨਹੀਂ ਸੀ। ਅਤੇ ਦੂਜੀ ਗੱਲ, ਚਰਿੱਤਰਾਂ ਦਾ ਜ਼ਿਆਦਾ ਰੌਲਾ ਪੈਂਦਾ, ਉਹ ਵੀ ਮੈਂ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਲੀਅਰ ਕਰ ਦੇਵਾਂ। ਗੁਰੂ ਨਾਨਕ ਦੇਵ ਜੀ ਦੀ ਇਹ ਬਾਣੀ ਹੈ, 1344 ਅੰਗ ਦੇ ਉੱਤੇ ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿਹਨ ਭਗ ਹੂਏ ਤਾਂ ਮਨ ਪਛੋਤਾਇਆ। ਸੋ ਇਹਦੇ ਅਰਥਾ ਤੁਸੀਂ ਸਾਹਮਣੇ ਪੜ੍ਹ ਸਕਦੇ ਹਾਂ। ਸੋ ਕਹਿਣ ਤੋਂ ਭਾਵ ਗੌਤਮ ਦੀ ਇਸਤਰੀ ਸੀ, ਹੱਲਿਆ ਨੂੰ ਦੇਖ ਕੇ ਇੰਦਰ ਲੁਭਾਇਮਾਨ ਹੋ ਗਿਆ ਅਤੇ ਉਹਦੇ ਸਰੀਰ 'ਤੇ ਹਜ਼ਾਰਾਂ ਭਗਾਂ ਹੋ ਗਈਆਂ। ਕੀ ਜਾਦੂ ਚੱਲਿਆ, ਕੀ ਹੋਇਆ? ਅਤੇ ਇਸੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 115ਵੇਂ ਚਰਿੱਤਰ ਦੇ ਵਿੱਚ ਲਿਖਦੇ ਆ, ਦੋਹਰਾ ਰਿਖੀ ਗੌਤਮ ਬਨ ਮੈਂ ਬਸਿਆ ਤਾਹੇ ਅਹਲਿਆ ਤ੍ਰੀਏ। ਸੋ ਕਹਿਣ ਤੋਂ ਭਾਵ ਇਹਨਾਂ ਹੀ ਪੰਕਤੀਆਂ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਚਰਿੱਤਰ ਦੇ ਵਿੱਚ ਵਿਸਥਾਰ ਨਾਲ ਸਾਰਾ ਕੁਝ ਲਿਖਿਆ, ਅਰਥ ਕੀਤੇ ਆ, ਚੰਗੀ ਤਰ੍ਹਾਂ ਸਮਝਾਇਆ ਵੀ ਕੀ ਹੋਇਆ ਸੀ। ਅਤੇ ਜਿਹੜੀ ਗੱਲ ਗੁਰੂ ਨਾਨਕ ਦੇਵ ਜੀ ਨੇ ਲਿਖੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਸ ਦਾ ਵਿਸਥਾਰ ਗੁਰੂ ਗੋਬਿੰਦ ਸਿੰਘ ਜੀ ਕਿਉਂ ਨਹੀਂ ਕਰ ਸਕਦੇ? ਹਾਂਜੀ, ਸੋ ਦੋਹਰੇ ਦੇ ਅਖੀਰ 'ਚ ਮਹਾਰਾਜ ਸਾਹਿਬ ਲਿਖਦੇ ਆ, ਰੂਪਵੰਤੀ ਤ੍ਰੈ ਲੋਕ ਮੈਂ ਤਾਸੀ ਅਵਰ ਨਾ ਹੋਏ। ਇਸੇ ਕਰਕੇ ਇੰਦਰ ਇਸ ਧਰਤੀ 'ਤੇ ਆ ਕੇ ਉਹਨੇ ਇੱਕ ਕਰਮ ਖੱਟਿਆ ਅਤੇ ਕਲੰਕ ਖੱਟਿਆ। ਅਤੇ ਇਸ ਬਾਰੇ ਭਗਤ ਰਵਿਦਾਸ ਜੀ ਵੀ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ 710 ਅੰਗ ਦੇ ਉੱਤੇ, ਗੌਤਮ ਨਾਰ ਉਮਾਪਤ ਸੁਆਮੀ ਸ਼ੀਸ਼ ਧਰਨ ਸਹਿਸ ਭਾਗਾਮੀ। ਅਤੇ ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਦੇ ਵਿੱਚ ਇਸ ਦੇ ਬਾਰੇ ਜ਼ਿਕਰ ਕਰਦੇ ਆ, ਗੌਤਮ ਨਾਰ ਹੱਲਿਆ ਤਿਸਰੋਂ ਦੇਖ ਇੰਦਰ ਲੁਭਾਣਾ, ਪਰ ਕਰ ਜਾਏ ਸਰਾਪ ਲੈ ਹੋਏ ਸਹਿਸ ਭਗ ਪਛੋਤਾਣਾ। ਅਤੇ ਅੱਗੇ ਫਿਰ ਕਹਿਣ ਤੋਂ ਭਾਵ ਵੀ ਅਹਲਿਆ ਦੇ ਨਾਲ ਕਿੱਦਾਂ ਕੀ ਹੁੰਦਾ, ਉਹ ਕਿੱਦਾਂ ਬਖਸ਼ੀ ਜਾਂਦੀ ਹੈ, ਇਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜ਼ਿਕਰ ਆਉਂਦਾ। ਗੌਤਮ ਨਾਰ ਅਹਲਿਆ ਤਾਰੀ ਪਾਵਨ ਕੇਤਕ ਤਾਰੀਏ ਲਈ 988 ਅੰਗ 'ਤੇ ਭਗਤ ਨਾਮਦੇਵ ਜੀ ਗੱਲ ਕਰਦੇ ਆ ਵੀ ਉਹਨੂੰ ਵੀ ਬਖਸ਼ਿਆ ਗਿਆ ਗੌਤਮ ਨਾਰ ਨੂੰ। ਅਤੇ 470 ਅੰਗ ਦੇ ਉੱਤੇ ਜਿਹੜਾ ਗੁਰੂ ਨਾਨਕ ਦੇਵ ਜੀ ਯੁੱਗਾਂ ਬਾਰੇ ਗੱਲ ਕਰਦੇ ਆ, ਆਪਾਂ ਆਸਾ ਦੀ ਵਾਰ ਦੇ ਵਿੱਚ ਰੋਜ਼ ਪੜ੍ਹਦੇ ਹਾਂ। ਤੁਸੀਂ ਇੱਥੇ ਦੇਖੋਗੇ ਸਤਯੁਗ ਤੋਂ ਬਾਅਦ ਤ੍ਰੇਤਾ ਆਇਆ, ਤ੍ਰੇ ਭਾਵ ਤੀਜਾ ਹੈ, ਤੀਜਾ ਯੁੱਗ ਸੀ ਪਰ ਇਹ ਦੂਜੇ ਨੰਬਰ ਤੋਂ ਆਇਆ। ਅਤੇ ਦੁਆਪਰ ਦੂਜਾ ਯੁੱਗ ਸੀਗਾ ਪਰ ਉਹ ਤੀਜੇ ਨੰਬਰ 'ਤੇ ਆਇਆ। ਸੋ ਇਹ ਗੌਤਮ ਰਿਸ਼ੀ ਹੋਈ ਸੀਗਾ ਜਿਹਨੇ ਯੁੱਗ ਪਲਟ ਦਿੱਤੇ ਸੀਗੇ, ਮਤਲਬ ਕਿ ਵੀ ਤੀਜਾ ਯੁੱਗ ਪਹਿਲਾਂ ਆਏਗਾ ਅਤੇ ਦੂਜਾ ਬਾਅਦ 'ਚੋਂ ਆਏਗਾ। ਸੋ ਇੰਨੀ ਸ਼ਕਤੀ ਵਾਲਾ ਸੀ ਗੌਤਮ ਰਿਸ਼ੀ। ਅਤੇ ਆਸਾ ਦੀ ਵਾਰ ਦੇ ਵਿੱਚ ਜ਼ਿਕਰ ਆਉਂਦਾ ਵੀ ਕ੍ਰਿਸ਼ਨ ਵੀ ਹੋਇਆ, ਚੰਦਰਾਵਲੀ ਨੂੰ ਉਹਨੇ ਠੱਗ ਲਿਆ ਸੀ ਅਤੇ ਪਾਰਜਾਤ ਰੁੱਖ ਲੈ ਆਇਆ ਗੋਪੀਆਂ ਦੇ ਵਾਸਤੇ, ਅਤੇ ਬਿੰਦਰਾਵਨ ਦੇ ਵਿੱਚ ਉਹਨੇ ਰੰਗ ਕੀਤਾ। ਸੋ ਜੇ ਗੁਰੂ ਨਾਨਕ ਦੇਵ ਜੀ ਇਸ ਵਿਸ਼ੇ ਬਾਰੇ ਗੱਲ ਕਰ ਸਕਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਤੇ ਗੁਰੂ ਗੋਬਿੰਦ ਸਿੰਘ ਜੀ ਦਸਮ ਦੇ ਵਿੱਚ ਕਿਉਂ ਨਹੀਂ ਇਹ ਗੱਲ ਕਰ ਸਕਦੇ? ਸੋ ਹੋਪ ਕਿ ਤੁਹਾਨੂੰ ਸਮਝ ਲੱਗ ਗਈ ਹੋਏਗੀ। ਅਤੇ ਬਾਕੀ ਗੱਲ ਇੰਨੀ ਕਹਿ ਕਿ ਅੰਗ ਪ੍ਰਤੰਗ ਉਹੀ ਹੁੰਦੇ ਆ ਜਿਨ੍ਹਾਂ ਨੂੰ ਵੇਖ ਕੇ ਜਾਂ ਹੱਥ ਲਾ ਕੇ ਕਾਮ ਬੰਦਾ ਜਾਂ ਇਹ ਕਾਮ ਔਰਤ ਕਾਮੀ ਹੋ ਜਾਂਦੀ ਆ, ਅਤੇ ਉਹੀ ਅੰਗ ਪ੍ਰਤੰਗ ਹੁੰਦੇ ਆ ਜਿਨ੍ਹਾਂ ਨੂੰ ਡਾਕਟਰ ਚੰਗੀ ਤਰ੍ਹਾਂ ਵੇਖਦਾ ਵੀ ਆ, ਚੈੱਕ ਵੀ ਕਰਦਾ, ਜੇ ਲੋੜ ਹੋਵੇ ਤਾਂ ਹੱਥ ਲਾ ਕੇ ਵੀ ਚੈੱਕ ਕਰਦਾ, ਪਰ ਉਹ ਕਾਮ ਭਾਵਨਾ ਦੇ ਨਾਲ ਨਹੀਂ ਕਰਦਾ, ਉਹ ਕੰਮ ਹੀ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਿੱਤਰ ਲਿਖੇ ਆ, ਦੱਸਿਆ ਆ ਕਿ ਕਈਆਂ ਨੇ ਇਸ ਕਾਮ ਦੇ ਮਗਰ ਲੱਗ ਕੇ ਆਪਣੀ ਜਾਨ ਵੀ ਗਵਾ ਲਈ, ਨਿਹੱਥੀ ਮੌਤ ਮਾਰੇ ਗਏ, ਬਹੁਤ ਕੁਝ ਹੋਇਆ, ਘਰ ਬਾਰ ਬਰਬਾਦ ਹੋ ਗਏ। ਪਰ ਜੇ ਇਹਨਾਂ ਚੀਜ਼ਾਂ ਨੂੰ ਪੜ੍ਹ ਕੇ ਕੋਈ ਕੰਮ ਹੀ ਹੁੰਦਾ ਤਾਂ ਉਹਦਾ ਕਸੂਰ ਹੈ, ਜੇ ਉਹ ਸਿੱਖਿਆ ਨਹੀਂ ਲੈਂਦਾ, ਨਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ। ਜਿਵੇਂ ਕਿ ਕਹਿ ਲਈਏ ਡਾਕਟਰੀ ਦੀ ਕਲਾਸ ਲੱਗੀ ਹੋਵੇ ਅਤੇ ਜਿਹੜੇ ਡਾਕਟਰੀ ਦੇ ਸਟੂਡੈਂਟ ਹੁੰਦੇ ਆ ਉੱਥੇ ਕੁੜੀਆਂ ਵੀ ਬੈਠੀਆਂ ਹੁੰਦੀਆਂ, ਮੁੰਡੇ ਵੀ ਬੈਠੇ ਹੁੰਦੇ ਆ, ਅਤੇ ਬੜੀ ਡਿਟੇਲ ਦੇ ਨਾਲ ਉਹ ਸਾਰਾ ਕੁਝ ਇਹਨਾਂ ਚੀਜ਼ਾਂ ਬਾਰੇ ਸਮਝਾਉਂਦੇ ਆ। ਅਤੇ ਉੱਥੇ ਤਾਂ ਕੋਈ ਸਾਡਾ ਮਾਂ ਪਿਓ ਕਿੰਤੂ ਪ੍ਰੰਤੂ ਨਹੀਂ ਕਰਦਾ ਵੀ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਡਾਕਟਰ ਜਾਂ ਨਰਸ ਬਣਨ ਨਹੀਂ ਭੇਜਣਾ। ਉੱਥੇ ਤਾਂ ਇਹ ਕੁਝ ਵਿਖਾਉਂਦੇ ਆ, ਜਾਂ ਸਕੂਲਾਂ ਦੇ ਵਿੱਚ ਸਾਰਾ ਕੁਝ ਦੱਸਿਆ ਜਾਂਦਾ। ਵਿਦੇਸ਼ਾਂ ਦੇ ਵਿੱਚ ਬੱਚਿਆਂ ਨੂੰ 8ਵੀਂ 9ਵੀਂ ਕਲਾਸ ਦਿਆਂ ਨੂੰ ਵੀ, ਉੱਥੇ ਸਕੂਲੇ ਤਾਂ ਅਸੀਂ ਰੋਕਦੇ ਨਹੀਂ ਆਪਣੇ ਬੱਚਿਆਂ ਨੂੰ ਜਾਣ ਤੋਂ, ਵੀ ਨਹੀਂ ਜੀ ਉੱਥੇ ਸਕੂਲੇ ਨਹੀਂ ਜਾਣਾ, ਉੱਥੇ ਤਾਂ ਇਹ ਕੁਝ ਦੱਸਦੇ ਆ। ਸੋ ਇਸ ਕਰਕੇ ਕੋਈ ਵੀ ਵਿਸ਼ਾ ਆ, ਜੇ ਰੱਬ ਨੇ ਕੋਈ ਚੀਜ਼ ਬਣਾਈ ਆ, ਅੰਗ ਪ੍ਰਤੰਗ ਰੱਬ ਨੇ ਬਣਾਏ ਆ, ਕਿਸੇ ਬੰਦੇ ਨੇ ਨਹੀਂ ਲਾਏ। ਸੋ ਜੇ ਰੱਬ ਨੇ ਬਣਾਏ ਆ ਤਾਂ ਉਹਦੇ ਬਾਰੇ ਗੱਲ ਵੀ ਹੋ ਸਕਦੀ ਆ। ਗੱਲ ਸਿਰਫ ਇੰਨੀ ਕੀ ਆ
ਕਿ ਸਾਡੀ ਬਿਰਤੀ 'ਤੇ ਡਿਪੈਂਡ ਕਰਦਾ, ਸਾਡੀ ਬਿਰਤੀ ਅਸੀਂ ਕਿੱਦਾਂ ਸੋਚਦੇ ਹਾਂ ਉਸ ਵਿਸ਼ੇ ਬਾਰੇ। ਬਾਕੀ ਦਸਮ ਬਾਣੀ ਉਚਾਰਨ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਾਲ ਦੇ ਸਿੰਘਾਂ ਨੂੰ ਅਰਥ ਵੀ ਪੜ੍ਹਾਏ ਸਨ, ਅਰਥ ਵੀ ਸੁਣਾਏ ਸਨ ਦਸਮ ਬਾਣੀ ਦੇ। ਤੇ ਉਹ ਕਿੱਥੇ ਅਤੇ ਕਦੋਂ ਸੁਣਾਏ, ਆਓ ਸੰਤ ਜਰਨੈਲ ਸਿੰਘ ਜੀ ਦੀ ਰਚਨਾ ਪਾਸੋਂ ਸਰਵਣ ਕਰੀਏ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪੁੱਤਰਾਂ ਦੇ ਦਾਨੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਹਨ ਸੰਗਤਾਂ ਨੂੰ ਸ਼ਾਸਤਰ ਵਿਦਿਆ ਦੁਆਰਾ ਤੇ ਬ੍ਰਹਮ ਵਿਦਿਆ ਦੁਆਰਾ ਨਿਹਾਲ ਕਰ ਰਹੇ ਹਨ। ਸਤਿਗੁਰੂ ਜੀ ਦੇ ਚਰਨਾਂ ਵਿੱਚ ਕਾਂਸੀ ਰਾਮ ਨਾਮੇ ਕਾਂਸੀ ਦੇ ਵਿੱਚੋਂ ਇੱਕ ਪੰਡਤ ਆਇਆ ਹੈ। ਉਸ ਨੇ ਆ ਕੇ ਹਜ਼ੂਰ ਦੇ ਪਾਸ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਆਪ ਜੀ ਨੇ ਪਹਿਲੇ ਸਰੂਪ ਤੋਂ ਲੈ ਕੇ 9ਵੇਂ ਸਰੂਪ ਤੱਕ ਸ਼ਾਂਤਮਈ ਢੰਗ ਦੇ ਨਾਲ ਬਖਸ਼ਿਸ਼ ਕੀਤੀ ਹੈ ਤੇ ਗੁਰਬਾਣੀ ਦੁਆਰਾ ਵੀ ਆਪ ਜੀ ਨੇ ਸ਼ਾਂਤ ਰਸ ਨੂੰ ਹੀ ਬਹੁਤਾ ਜ਼ਿਆਦਾ ਕਥਨ ਕੀਤਾ ਹੈ। ਕੋਈ ਐਸਾ ਬਖਸ਼ਿਸ਼ ਕਰੋ ਕਿ ਜਿਸ ਦੁਆਰਾ ਵੀਰ ਰਸ ਜਾਗਰਤ ਹੋਵੇ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਉਸ ਕਾਂਸੀ ਰਾਮ ਨਾਮੇ ਪੰਡਤ ਦੀ ਬੇਨਤੀ ਨੂੰ ਸੁਣ ਕੇ ਕਿਹਾ ਕਿ ਗੁਰਮੁਖੋ, ਜਿਸ ਤਰ੍ਹਾਂ ਅਸੀਂ ਪਹਿਲੇ ਸਰੂਪ ਵਿੱਚ ਅਕਾਲ ਪੁਰਖ ਦੇ ਸਨਮੁਖ ਜਪਜੀ ਸਾਹਿਬ ਉਚਾਰਿਆ ਹੈ, ਇਸੇ ਤਰ੍ਹਾਂ ਹੀ ਅਕਾਲ ਪੁਰਖ ਦੇ ਸਨਮੁਖ ਇਹ ਸ੍ਰੀ ਜਾਪ ਸਾਹਿਬ ਉਚਾਰਨ ਕੀਤਾ ਹੈ। ਸੋ ਸੁਣ ਕੇ ਉਸਨੇ ਬੇਨਤੀ ਕੀਤੀ ਜੀ ਆਪ ਅਰਥ ਸਮਝਾਵੋ। ਸੱਚੇ ਪਾਤਸ਼ਾਹ ਨੇ ਉਸਦੀ ਬੇਨਤੀ ਨੂੰ ਪ੍ਰਵਾਨ ਕਰਕੇ ਪੰਜੇ ਪਿਆਰੇ ਅਤੇ ਪੰਜੇ ਮੁਕਤੇ ਤੇ ਭਾਈ ਮੋਹਰ ਸਿੰਘ ਜੀ ਲਿਖਾਰੀ ਇੱਕ ਸਿੱਖ ਇਹਨਾਂ ਨਾਲ ਹੋਰ ਸੀ। ਇਹਨਾਂ 12 ਸਿੰਘਾਂ ਦੇ ਸਮੇਤ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੇ ਵਿੱਚ ਉਸ ਕਾਂਸੀ ਰਾਮ ਨਾਮੇ ਪੰਡਤ ਦੀ ਬੇਨਤੀ ਸੁਣ ਕੇ ਅਰਥ ਆਰੰਭ ਕੀਤੇ ਹਨ। ਸੋ ਸ੍ਰੀ ਜਾਪ ਸਾਹਿਬ ਜੀ ਦੇ ਅਰਥ ਅਨੰਦਪੁਰ ਸਾਹਿਬ ਵਿਖੇ ਹੋਏ ਹਨ। ਬਾਕੀ ਸਾਰੇ ਅਰਥ ਸਤਿਗੁਰੂ ਸੱਚੇ ਪਾਤਸ਼ਾਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਜਾ ਕੇ ਸੰਗਤਾਂ ਨੂੰ ਸੁਣਾਏ ਹਨ। ਬਾਬਾ ਮਨੀ ਸਿੰਘ ਸਾਹਿਬ ਜੀ ਆਦਿਕ ਗੁਰਸਿੱਖ ਜੋ ਨਾਲ ਸਨ, ਉਹਨਾਂ ਨੂੰ ਨਾਲ ਰੱਖ ਕੇ 14 ਮਹੀਨੇ ਸਤਿਗੁਰੂ ਜੀ ਉੱਥੇ ਰਹੇ ਹਨ ਸ੍ਰੀ ਹਜ਼ੂਰ ਸਾਹਿਬ ਵਿਖੇ। ਜੋ ਇਸ ਵੇਲੇ ਬਾਬਾ ਨਿਧਾਨ ਸਿੰਘ ਸਾਹਿਬ ਜੀ ਦੇ ਨਾਂ ਉੱਪਰ ਲੰਗਰ ਪ੍ਰਚਲਿਤ ਹੈ, ਉਸ ਜਗ੍ਹਾ ਸਤਿਗੁਰੂ ਜੀ ਨੇ ਆਪਣਾ ਆਸਣ ਰੱਖਿਆ ਸੀ। ਉੱਥੇ ਰਹਿ ਕੇ 14 ਮਹੀਨਿਆਂ ਦੇ ਵਿੱਚ ਦਸਮ ਦੀ ਬਾਣੀ ਦੇ ਅਰਥ ਪੜ੍ਹਾਏ ਹਨ। ਸੋ ਇਸ ਦੇ ਵਿੱਚ ਜਾਪ ਸਾਹਿਬ ਦੇ ਵਿੱਚ ਸਾਰੀਆਂ ਹੀ ਭਾਸ਼ਾ ਆਉਣਗੀਆਂ, ਅਰਬੀ, ਫਾਰਸੀ, ਗੁਰਮੁਖੀ, ਸੋ ਇਸੇ ਤਰ੍ਹਾਂ ਹਿੰਦੀ ਆਦਿਕ ਵੀ, ਉਰਦੂ ਵੀ। ਸੋ ਇੱਕੇ ਥਾਂ ਹੀ ਸੱਚੇ ਪਾਤਸ਼ਾਹ ਜੀ ਨੇ 171 ਕੀਤੀਆਂ ਹਨ। ਜਿਸ ਤਰੀਕੇ ਦੇ ਨਾਲ ਸਮੇਂ ਮੁਤਾਬਕ ਲੋੜ ਸਮਝੀ ਹੈ, ਉਸੇ ਤਰ੍ਹਾਂ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤੇ ਹਨ।